ਸਭ ਦਾ ਸਵਾਗਤ ਕੀਤਾ ਜਾਂਦਾ ਹੈ ਗਿਲਸ ਮੈਂਟੋਰ ਆਨਲਾਈਨ ਈ-ਲਰਨਿੰਗ ਚੈਨਲ ਤੇ। ਜਿੱਦਾਂ ਕਿ ਤੁਸੀਂ ਸਾਰੇ ਜਾਣਦੇ ਹੋ ਸਾਡੀ ਪੋਲਿਟੀ ਦੀ ਸੀਰੀਜ਼ ਚੱਲ ਰਹੀ ਹੈ। ਇਹਦਾ ਅੱਜ 6th ਪਾਰਟ ਹੈ। ਇਹ ਸੀਰੀਜ਼ ਤੁਹਾਡੇ ਆਉਣ ਵਾਲੇ ਸਾਰੇ ਗਵਰਨਮੈਂਟ ਐਗਜ਼ਾਮਸ ਲਈ ਹੈਲਪਫੁਲ ਰਹੇਗੀ, ਜਿੱਦਾਂ ਕਿ ਮਾਰਕਫੈਟ, ਪੀਐਸਬੀਈ, ਕਲਰਕ, ਰੇਲਵੇ, ਐਨਟੀਪੀਸੀ, ਆਰਆਰਬੀ, ਜੇਈ, ਐਸਐਸਸੀਜੀਐਲ, ਸੀਐਚਐਸਐਲ ਤੇ ਹੋਰ ਵੀ ਸਾਰੇ ਐਗਜ਼ਾਮਸ ਲਈ ਬਹੁਤ ਹੀ ਯੂਜ਼ਫੁਲ ਰਹੇਗੀ। ਚਲੋ ਅੱਜ ਦੀ ਸੀਰੀਜ਼ ਨੂੰ ਸ਼ੁਰੂ ਕਰਦੇ ਹੋਏ ਉਹਦਾ ਪਹਿਲਾ ਕੁਐਸਚਨ, ਹਾਊ ਮੈਨੀ ਟਾਈਮਸ ਦ ਨੈਸ਼ਨਲ ਐਮਰਜੈਂਸੀ ਹੈਜ਼ ਬੀਨ ਡਿਕਲੇਅਰਡ। ਇਹ ਵੈਸੇ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਹੋਇਆ, ਪਰ ਡਿਟੇਲ 'ਚ ਨਹੀਂ ਕਰਾਇਆ ਸੀ। ਅੱਜ ਆਪਾਂ ਡਿਟੇਲ 'ਚ ਕਰਾਂਗੇ ਕੁਐਸਚਨ ਨੂੰ। ਕਿੰਨੀ ਵਾਰੀ ਨੈਸ਼ਨਲ ਐਮਰਜੈਂਸੀ ਡਿਕਲੇਅਰ ਕੀਤੀ ਗਈ ਹੈ? ਹਾਂਜੀ, ਇਹਦਾ ਆਨਸਰ ਦੱਸੋ। ਇਹਦਾ ਆਨਸਰ ਕੀ ਹੈ? 3। ਕਿੰਨੀ ਵਾਰੀ ਡਿਕਲੇਅਰ ਕੀਤੀ ਗਈ ਹੈ? 3। ਅਤੇ ਕਦੋਂ ਕਦੋਂ ਡਿਕਲੇਅਰ ਕੀਤੀ ਗਈ ਹੈ? 3 ਵਾਰੀ। ਇੱਕ ਵਾਰੀ ਤਾਂ ਤੁਹਾਨੂੰ ਮੈਂ ਦੱਸਿਆ ਸੀ ਇੰਟਰਨਲ ਡਿਸਟਰਬੈਂਸ। ਇੱਕ ਮੈਨੂੰ ਤੁਸੀਂ ਇਹਦੇ 'ਚ ਆਨਸਰ ਦੱਸਣਾ ਕਿ ਇੰਟਰਨਲ ਡਿਸਟਰਬੈਂਸ ਨੂੰ ਕਿਹੜੇ ਨੇਮ ਨਾਲ ਰਿਪਲੇਸ ਕਰ ਦਿੱਤਾ ਗਿਆ ਹੈ ਅਤੇ ਕਿਹੜੀ ਅਮੈਂਡਮੈਂਟ, ਕਿਹੜੇ ਨੇਮ ਨਾਲ ਰਿਪਲੇਸ ਕਰ ਦਿੱਤਾ ਗਿਆ ਹੈ ਅਤੇ ਬਾਏ ਵਿਚ ਅਮੈਂਡਮੈਂਟ, ਕਿਹੜੀ ਅਮੈਂਡਮੈਂਟ ਦੇ ਨਾਲ। ਠੀਕ ਹੈ, ਇੱਕ ਵਾਰੀ ਲੱਗੀ ਸੀ ਆਪਣੀ 1962 ਦੇ ਵਿੱਚ ਇੰਡੋ ਚਾਈਨਾ ਵੋਰ ਅਤੇ 1971 ਦੇ ਵਿੱਚ ਇੰਡੋ ਪਾਕਿਸਤਾਨ ਵੋਰ ਦੇ ਟਾਈਮ। 3 ਵਾਰੀ ਨੈਸ਼ਨਲ ਐਮਰਜੈਂਸੀ ਲੱਗੀ ਸੀ। ਇਹ ਡਿਟੇਲ ਵਿੱਚ ਇਹਨੂੰ ਯਾਦ ਰੱਖਣਾ ਵਾ। ਕਈ ਵਾਰੀ ਆ ਜਾਂਦਾ ਵਾ ਵਿਚ ਆਫ ਦ ਫੋਲੋਇੰਗ ਅਮੰਗ ਦੈਮ ਅਕੋਰਡਿੰਗ ਟੂ ਨੈਸ਼ਨਲ ਐਮਰਜੈਂਸੀ ਇਜ਼ ਨੋਟ ਟਰੂ, ਅਤੇ ਤਿੰਨੋਂ ਪੁਆਇੰਟਸ ਯਾਦ ਰਹਿਣਗੇ ਤਾਂ ਹੀ ਆਪਾਂ ਉਹਦਾ ਆਨਸਰ ਦੇ ਸਕਾਂਗੇ। ਠੀਕ ਹੈ। ਬਾਈ ਵਟ ਟਾਈਮ ਦ ਨੈਸ਼ਨਲ ਐਮਰਜੈਂਸੀ ਮਸਟ ਬੀ ਅਪਰੂਵਡ ਬਾਈ ਦ ਪਾਰਲੀਮੈਂਟ। ਪਾਰਲੀਮੈਂਟ ਨੂੰ ਨੈਸ਼ਨਲ ਐਮਰਜੈਂਸੀ ਕਿੰਨੇ ਟਾਈਮ ਦੇ ਵਿੱਚ ਕਰ ਦੇਣੀ ਚਾਹੀਦੀ? ਬਾਈ 2 ਮੰਥਸ, 1 ਮੰਥ, 6 ਮੰਥਸ, 3 ਮੰਥਸ। ਹਾਂਜੀ, ਕਿੰਨੇ ਮੰਥਸ ਵਿੱਚ ਕਰ ਦੇਣੀ ਚਾਹੀਦੀ ਹੈ? ਬਾਏ 1 ਮੰਥ ਦੇ ਵਿੱਚ। ਕਿੰਨੇ ਵਿੱਚ ਕਰ ਦੇਣੀ ਚਾਹੀਦੀ ਹੈ? ਬਾਏ 1 ਮੰਥ। ਠੀਕ ਹੈ। Which article in the constitution consists of that the 2 members in Lok Sabha should be Anglo-Indian? ਸਾਨੂੰ ਕੀ ਪਤਾ ਹੈ ਲੋਕ ਸਭਾ ਦੇ ਵਿੱਚ 2 ਮੈਂਬਰਸ ਨੂੰ, ਲੋਕ ਸਭਾ ਦੇ ਵਿੱਚ 2 ਮੈਂਬਰਸ ਨੂੰ ਕੌਣ ਅਪੋਇੰਟ ਕਰਦਾ ਹੈ? ਪ੍ਰੈਜ਼ੀਡੈਂਟ ਨੋਮੀਨੇਟ ਕਰਦਾ ਹੈ। ਪ੍ਰੈਜ਼ੀਡੈਂਟ ਅਪੋਇੰਟ ਜਾਂ ਫਿਰ ਨੋਮੀਨੇਟ ਕਹਿ ਸਕਦੇ ਆਪਾਂ, ਪ੍ਰੈਜ਼ੀਡੈਂਟ ਕਰਦਾ। ਉਹ ਕਿਹੜੇ ਹੋਣੇ ਚਾਹੀਦੇ ਨੇ? ਐਂਗਲੋ ਇੰਡੀਅਨਸ ਹੋਣੇ ਚਾਹੀਦੇ ਨੇ। ਇਹ ਕਿਹੜੇ ਆਰਟੀਕਲ ਦੇ ਵਿੱਚ ਇਹ ਚੀਜ਼ ਲਿਖੀ ਗਈ ਹੈ? ਆਰਟੀਕਲ 331 ਦੇ ਵਿੱਚ। ਕਿਹੜੇ ਆਰਟੀਕਲ ਦੇ ਵਿੱਚ ਲਿਖੀ ਗਈ ਹੈ? ਆਰਟੀਕਲ 331 ਦੇ ਵਿੱਚ ਇਹ ਚੀਜ਼ ਲਿਖੀ ਗਈ ਹੈ। ਕਿਹੜੇ ਆਰਟੀਕਲ 'ਚ ਲਿਖੀ ਗਈ ਹੈ? ਆਰਟੀਕਲ 331। ਮੈਚ ਦ ਫੋਲੋਇੰਗ। ਇਹ ਕੀ ਮਤਲਬ ਕੀ ਹੈ? ਮੈਚ ਦ ਫੋਲੋਇੰਗ ਕਿਹਨੂੰ ਕਰਨਾ? ਜਿਵੇਂ ਆਫਿਸ ਆਫ ਪ੍ਰੈਜ਼ੀਡੈਂਟ ਹੈ, ਉਹ ਪ੍ਰੈਜ਼ੀਡੈਂਟ ਦੇ ਆਫਿਸ ਨੂੰ ਕੌਣ ਓਥ ਦਵਾਉਂਦਾ? ਮਤਲਬ ਪ੍ਰੈਜ਼ੀਡੈਂਟ ਨੂੰ ਕੌਣ ਓਥ ਦਵਾਉਂਦਾ ਹੈ? ਪ੍ਰੈਜ਼ੀਡੈਂਟ ਨੂੰ ਸਾਨੂੰ ਪਤਾ ਚੀਫ ਜਸਟਿਸ ਆਫ ਇੰਡੀਆ ਓਥ ਦਵਾਉਂਦਾ। ਜਿਹੜੇ ਲੋਕ ਸਭਾ ਦੇ ਮੈਂਬਰਸ ਉਹਨਾਂ ਨੂੰ ਕੌਣ ਓਥ ਦਵਾਉਂਦਾ ਹੈ? ਸਪੀਕਰ ਆਫ ਲੋਕ ਸਭਾ। ਠੀਕ ਹੈ। ਕੈਗ ਕੰਪੋਰਟਰ ਐਂਡ ਆਡੀਟਰ ਜਨਰਲ ਆਫ ਇੰਡੀਆ ਨੂੰ ਕੌਣ ਓਥ ਦਵਾਉਂਦਾ ਹੈ? ਪ੍ਰੈਜ਼ੀਡੈਂਟ। ਮੈਂਬਰਸ ਟੂ ਬੀ ਇਲੈਕਟਡ ਇਨ ਲੋਕ ਸਭਾ ਨੂੰ ਕੌਣ ਦਵਾਉਂਦਾ? ਇਲੈਕਸ਼ਨ ਕਮਿਸ਼ਨ। ਇਹਦਾ ਆਨਸਰ ਕੀ ਹੋ ਜਾਏਗਾ? 1 2 3 4, ਦੈਟ ਇਜ਼ ਡੀ ਆਪਸ਼ਨ। 1 2 3 4 ਇਹ ਯਾਦ ਰੱਖਣੇ ਨੇ, ਓਥ ਆ ਜਾਂਦੇ ਨੇ। ਠੀਕ ਹੈ। ਪ੍ਰੈਜ਼ੀਡੈਂਟ ਨੂੰ ਕੌਣ ਦਵਾਉਂਦਾ? ਚੀਫ ਜਸਟਿਸ ਆਫ ਇੰਡੀਆ। If an person appointed is not the member of any house, then he has to become the member within how many times? ਹੁਣ ਇਹ ਕੁਐਸਚਨ ਨੂੰ ਮੈਂ ਤੁਹਾਨੂੰ ਸਮਝਾਉਂਦੀ ਹਾਂ। ਅਗਰ ਜਿਹੜਾ ਕੋਈ ਪਰਸਨ ਹੈ ਉਹਨੂੰ ਅਪੋਇੰਟ ਕਰ ਲਿਆ ਅਤੇ ਨਾ ਹੀ ਉਹ ਲੋਕ ਸਭਾ ਦਾ ਮੈਂਬਰ ਹੈ ਅਤੇ ਨਾ ਹੀ ਉਹ ਰਾਜ ਸਭਾ ਦਾ ਮੈਂਬਰ ਹੈ। ਮੈਂਬਰ ਬਣਨਾ ਜ਼ਰੂਰੀ ਹੁੰਦਾ। ਕਿੰਨੇ ਮੰਥ ਦੇ ਅੰਦਰ ਅੰਦਰ ਉਹਨੂੰ ਮੈਂਬਰ ਬਣਨਾ ਪਏਗਾ? ਕਿੰਨੇ ਮੰਥ ਦੇ ਅੰਦਰ ਅੰਦਰ ਉਹਨੂੰ ਮੈਂਬਰ ਬਣਨਾ ਪਏਗਾ? ਉਹਨੂੰ ਬਣਨਾ ਪਏਗਾ 6 ਮੰਥਸ ਦੇ ਅੰਦਰ ਮੈਂਬਰ। ਕਿੰਨੇ ਮੰਥ ਦੇ ਅੰਦਰ ਬਣਨਾ ਪਏਗਾ? 6 ਮੰਥਸ ਦੇ ਅੰਦਰ ਉਹਨੂੰ ਕਿਸੇ ਨਾ ਕਿਸੇ ਹਾਊਸ ਦਾ ਮੈਂਬਰ ਬਣਨਾ ਪਏਗਾ, ਚਾਹੇ ਉਹ ਲੋਕ ਸਭਾ ਹੋਵੇ ਚਾਹੇ ਉਹ ਰਾਜ ਸਭਾ ਹੋਵੇ। ਠੀਕ ਹੈ। Which of the following statement regarding the electoral college of president is correct? ਆਪਣਾ ਕਿ ਜਦੋਂ ਆਪਾਂ ਪ੍ਰੈਜ਼ੀਡੈਂਟ ਨੂੰ ਅਪੋਇੰਟ ਕਰਦੇ ਹਾਂ, ਪ੍ਰੈਜ਼ੀਡੈਂਟ ਨੂੰ ਕਿੱਦਾਂ ਅਪੋਇੰਟ ਕਰਦੇ ਹਾਂ? ਇਨਡਾਇਰੈਕਟ ਮੈਥਡ ਨਾਲ। ਉਹਨੂੰ ਆਪਾਂ ਕੀ ਕਹਿੰਦੇ? ਇਲੈਕਟੋਰਲ ਕਾਲਜ। ਉਹਦੇ ਵਿੱਚ ਕੀ ਕੀ ਕੰਸਿਸਟ ਹੁੰਦਾ ਵਾ? ਉਹਦੇ ਵਿੱਚ ਕੀ ਹੁੰਦਾ? ਇਲੈਕਟਿਡ ਮੈਂਬਰਸ ਆਫ ਲੋਕ ਸਭਾ, ਰਾਜ ਸਭਾ, ਇਲੈਕਟਿਡ ਮੈਂਬਰਸ ਆਫ ਸਟੇਟ ਲੈਜਿਸਲੇਟਿਵ ਅਸੈਂਬਲੀ, ਇਲੈਕਟਿਡ ਮੈਂਬਰਸ ਆਫ ਯੂਟੀਜ਼ ਦੈਟ ਇਜ਼ ਯੂਨੀਅਨ ਟੈਰੇਟਰੀਜ਼। ਕਿਹੜੀਆਂ? ਦਿੱਲੀ ਅਤੇ ਪੁੰਡੂਚੇਰੀ। ਇਹਦੇ ਵਿੱਚ ਆਨਸਰ ਕੀ ਹੈ? ਆਲ ਆਫ ਦੇ ਅਬਵ। ਜਦੋਂ ਪ੍ਰੈਜ਼ੀਡੈਂਟ ਨੂੰ ਇਲੈਕਟ ਕੀਤਾ ਜਾਂਦਾ, ਕਿਹੜੇ ਮੈਂਬਰਸ ਪਾਰਟੀਸਪੇਟ ਕਰਦੇ ਆ ਉਹਦੀ ਇਲੈਕਸ਼ਨ ਲਈ? ਇਹ ਸਾਰੇ ਕਰਦੇ ਨੇ ਇਲੈਕਟਿਡ ਮੈਂਬਰਸ ਆਫ ਲੋਕ ਸਭਾ, ਰਾਜ ਸਭਾ। ਹੁਣ ਇੱਥੇ ਯਾਦ ਰੱਖਣਾ ਨੋਮੀਨੇਟਿਡ ਮੈਂਬਰਸ ਨਹੀਂ, ਸਿਰਫ ਇਲੈਕਟਿਡ ਮੈਂਬਰਸ ਆਫ ਲੋਕ ਸਭਾ ਐਂਡ ਰਾਜ ਸਭਾ। ਕੌਣ ਇਲੈਕਟਿਡ ਮੈਂਬਰ ਸਭ ਦੇ। ਨੋਮੀਨੇਟਿਡ ਮੈਂਬਰਸ ਵੀ ਹੁੰਦੇ ਨੇ ਲੋਕ ਸਭਾ, ਰਾਜ ਸਭਾ ਦੇ ਵਿੱਚ। ਲੋਕ ਸਭਾ ਦਾ ਹੁਣੇ ਕਰਾਇਆ ਕਿ 2 ਮੈਂਬਰਸ ਹੁੰਦੇ ਨੇ ਐਂਗਲੋ ਇੰਡੀਅਨ। ਕਿਹੜੇ ਆਰਟੀਕਲ ਦੇ ਅੰਦਰ? 331 ਦੇ ਅੰਦਰ। ਠੀਕ ਹੈ। ਰਾਜ ਸਭਾ 'ਚ ਕਿੰਨੇ ਮੈਂਬਰਸ ਹੁੰਦੇ ਨੇ ਨੋਮੀਨੇਟ? 12 ਮੈਂਬਰਸ ਹੁੰਦੇ ਨੇ ਬਾਏ ਪ੍ਰੈਜ਼ੀਡੈਂਟ। ਠੀਕ ਹੈ।
ਫਿਰ ਉੱਦਾਂ ਹੀ ਇਲੈਕਟਿਡ ਮੈਂਬਰਸ ਆਫ ਸਟੇਟ ਲੈਜਿਸਲੇਟਿਵ ਅਸੈਂਬਲੀ, ਇਹਦੇ ਵਿੱਚ ਵੀ ਨੋਮੀਨੇਟ ਹੁੰਦਾ ਬਾਏ ਗਵਰਨਰ, ਨੋਮੀਨੇਟ ਕਰਦਾ ਇਹਦੇ ਵਿੱਚ, ਠੀਕ ਹੈ। ਇਲੈਕਟਿਡ ਮੈਂਬਰਸ ਆਫ ਯੂਨੀਅਨ ਟੈਰੇਟਰੀਜ਼, ਜਿੱਦਾਂ ਕਿ ਯੂਨੀਅਨ ਦਿੱਲੀ ਅਤੇ ਪੌਂਡੂਚੇਰੀ, ਠੀਕ ਹੈ। ਯਾਦ ਰੱਖਣੀ ਹੈ ਇਹ ਕੁਐਸਚਨ ਕੀ ਹੈ, ਇੰਪੋਰਟੈਂਟ ਹੈ, ਕੀ ਇਹ ਕੁਐਸਚਨ ਇੰਪੋਰਟੈਂਟ ਹੈ, ਠੀਕ ਹੈ। ਇਲੈਕਟੋਰਲ ਕਾਲਜ ਆਫ ਪ੍ਰੈਜ਼ੀਡੈਂਟ ਮੈਂ ਤੁਹਾਨੂੰ ਇੱਕੋ ਕੁਐਸਚਨ 'ਚ ਕਰਾਤਾ, ਇਹਦੀ ਇੱਕ ਇੱਕ ਸਟੇਟਮੈਂਟ ਕਰਕੇ ਵੈ ਸਕਦਾ ਵਿਚ ਆਫ ਦ ਫੋਲੋਇੰਗ ਅਮੰਗ ਦੈਮ ਇਜ਼ ਇਨਕਰੈਕਟ, ਉਹਦੇ 'ਚ ਇੱਕ ਆਪਸ਼ਨ ਦੇ ਦੇਣਗੇ ਨੋਮੀਨੇਟਿਡ ਮੈਂਬਰਸ, ਅਤੇ ਉਹ ਕੀ ਹੋ ਜਾਏਗਾ ਆਪਣਾ ਇਨਕਰੈਕਟ ਹੋ ਜਾਏਗਾ, ਠੀਕ ਹੈ। ਪ੍ਰੈਜ਼ੀਡੈਂਟ ਗਿਵ ਹਿਜ਼ ਰੈਜ਼ੀਗਨੇਸ਼ਨ ਟੂ, ਹੁਣ ਅਗਰ ਪ੍ਰੈਜ਼ੀਡੈਂਟ ਨੇ ਰਿਜ਼ਾਈਨ ਕਰਨਾ, ਉਹ ਆਪਣੀ ਰੈਜ਼ੀਗਨੇਸ਼ਨ ਕਿਹਨੂੰ ਦੇਗਾ, ਉਹ ਦੇਗਾ ਵਾਈਸ ਪ੍ਰੈਜ਼ੀਡੈਂਟ ਨੂੰ। ਕਿਹਨੂੰ ਰੈਜ਼ੀਗਨੇਸ਼ਨ ਦੇਗਾ ਉਹ, ਵਾਈਸ ਪ੍ਰੈਜ਼ੀਡੈਂਟ ਨੂੰ ਉਹ ਰੈਜ਼ੀਗਨੇਸ਼ਨ ਦੇਵੇਗਾ, ਠੀਕ ਹੈ। ਕਿਹਨੂੰ ਦੇਵੇਗਾ, ਵਾਈਸ ਪ੍ਰੈਜ਼ੀਡੈਂਟ ਨੂੰ ਉਹ ਰੈਜ਼ੀਗਨੇਸ਼ਨ ਦੇਵੇਗਾ। ਵਾਟ ਇਜ਼ ਦ ਮਿਨੀਮਮ ਏਜ ਫॉर ਬਿਕਮਿੰਗ ਦ ਪ੍ਰਾਈਮ ਮਿਨਿਸਟਰ ਆਫ ਇੰਡੀਆ, ਅਗਰ ਕੋਈ ਪ੍ਰਾਈਮ ਮਿਨਿਸਟਰ ਬਣਨਾ ਚਾਹੁੰਦਾ ਹੈ ਇੰਡੀਆ ਦਾ, ਉਹਦੇ ਲਈ ਮਿਨੀਮਮ ਏਜ ਕਿੰਨੀ ਹੁੰਦੀ ਹੈ ਪ੍ਰਾਈਮ ਮਿਨਿਸਟਰ ਬਣਨ ਲਈ, 25 ਈਅਰਸ। ਕਿੰਨੀ ਹੁੰਦੀ ਹੈ ਮਿਨੀਮਮ ਏਜ ਪ੍ਰਾਈਮ ਮਿਨਿਸਟਰ ਬਣਨ ਲਈ, 25 ਈਅਰਸ। ਵਾਟ ਇਜ਼ ਦ ਮਿਨੀਮਮ ਏਜ ਫॉर ਬਿਕਮਿੰਗ ਪ੍ਰੈਜ਼ੀਡੈਂਟ ਆਫ ਇੰਡੀਆ, ਪ੍ਰੈਜ਼ੀਡੈਂਟ ਬਣਨ ਲਈ ਕਿੰਨੀ ਹੁੰਦੀ ਹੈ, ਪ੍ਰੈਜ਼ੀਡੈਂਟ ਬਣਨ ਲਈ ਕਿੰਨੀ ਹੁੰਦੀ ਹੈ, ਹਾਂਜੀ। ਪ੍ਰਾਈਮ ਮਿਨਿਸਟਰ ਬਣਨ ਲਈ ਤਾਂ 25 ਹੋ ਗਈ, ਪ੍ਰੈਜ਼ੀਡੈਂਟ ਲਈ ਕਿੰਨੀ ਹੋਏਗੀ 30 ਕਿ 35, ਦੱਸੋ ਕਿੰਨੀ ਹੁੰਦੀ ਹੈ ਪ੍ਰੈਜ਼ੀਡੈਂਟ ਬਣਨ ਲਈ, 35। ਯਾਦ ਰੱਖਣਾ 10 ਈਅਰਸ ਦਾ ਗੈਪ ਹੁੰਦਾ ਹੈ। PM ਬਣਨ ਲਈ ਮਤਲਬ ਪ੍ਰਾਈਮ ਮਿਨਿਸਟਰ ਬਣਨ ਲਈ 25, ਪ੍ਰੈਜ਼ੀਡੈਂਟ ਬਣਨ ਲਈ 35। ਏਜੇ ਜ਼ਰੂਰੀ ਹੁੰਦੀ ਹੈ, ਕੁਐਸਚਨ ਆਉਂਦੇ ਆ ਪੰਜਾਬ ਦੇ ਪੇਪਰਾਂ ਵਿੱਚ ਐਵੇਂ ਹੋ ਜੇ ਕਿ ਪ੍ਰਾਈਮ ਮਿਨਿਸਟਰ ਬਣਨ ਲਈ ਕਿੰਨੀ ਹੈ, ਪ੍ਰੈਜ਼ੀਡੈਂਟ ਬਣਨ ਲਈ ਕਿੰਨੀ ਹੈ। ਮਾਰਕਫੈਟ ਦਾ ਪੇਪਰ ਤੁਹਾਡਾ ਆ ਰਿਹਾ ਨਾ ਜੁਲਾਈ ਦੇ, ਜੂਨ ਜਾਂ ਜੁਲਾਈ ਦੇ ਵਿੱਚ ਹੋਏਗਾ, ਅਤੇ ਤੁਹਾਡਾ ਸਬਆਰਡੀਨੇਟ ਕੋਰਟਸ ਆਫ ਚੰਡੀਗੜ੍ਹ ਦਾ ਪੇਪਰ ਆ ਰਿਹਾ 26 ਨੂੰ। ਐਵੇਂ ਜਿਹੇ ਕੁਐਸਚਨਸ ਆ ਸਕਦੇ ਨੇ ਉਹਨਾਂ ਵਿੱਚ। ਹੁਣ ਇਹ ਇੱਕ ਪੂਰੀ ਦਿੱਤਾ ਮੈਂ ਤੁਹਾਨੂੰ, ਰਿਮੂਵਲ ਜਾਂ ਫਿਰ ਇੰਪੀਚਮੈਂਟ ਆਫ ਪ੍ਰੈਜ਼ੀਡੈਂਟ। ਆਪਾਂ ਰਿਮੂਵਲ ਵੀ ਕਹਿ ਲੈਂਦੇ ਹਾਂ ਅਤੇ ਇੰਪੀਚਮੈਂਟ ਵੀ ਕਹਿ ਲੈਂਦੇ ਹਾਂ ਪ੍ਰੈਜ਼ੀਡੈਂਟ ਦੀ। ਇਹ ਮੈਂ ਪੂਰਾ ਇੱਕ ਸਲਾਈਡ 'ਚ ਤੁਹਾਨੂੰ ਐਕਸਪਲੇਨ ਕਰ ਦਾਂਗੀ, ਕਰਦੀ ਹਾਂ ਚੰਗੀ ਤਰ੍ਹਾਂ, ਠੀਕ ਹੈ। ਉਸ ਤੋਂ ਬਾਅਦ ਇਹਦੇ ਕੁਐਸਚਨਸ ਨੇ। ਇਟ ਕੈਨ ਬੀ ਸਟਾਰਟਿਡ ਬਾਏ ਆਈਦਰ ਹਾਊਸ ਆਫ ਪਾਰਲੀਮੈਂਟ। ਇਹਦਾ ਕੀ ਮਤਲਬ ਹੋਇਆ, ਚਾਹੇ ਲੋਕ ਸਭਾ ਹੈ ਚਾਹੇ ਰਾਜ ਸਭਾ ਹੈ, ਕੋਈ ਵੀ ਹਾਊਸ ਕੀ ਹੈ ਸ਼ੁਰੂ ਕਰ ਸਕਦਾ ਹੈ। ਲੇਕਿਨ ਇਹਨੂੰ ਸ਼ੁਰੂ ਕਰਨ ਲਈ 1/4 ਮੈਂਬਰਸ ਨੇ ਨੋਟਿਸ ਨੂੰ ਸਾਈਨ ਕਰਨਾ, ਅਤੇ 14 ਡੇਜ਼ ਪ੍ਰਾਇਰ ਨੋਟਿਸ ਜਾਂਦਾ ਵਾ ਪ੍ਰੈਜ਼ੀਡੈਂਟ ਨੂੰ, ਠੀਕ ਹੈ। 1/4 ਮੈਂਬਰਸ ਜੋ ਚਾਰਜਿਸ ਲੱਗੇ ਨੇ ਪ੍ਰੈਜ਼ੀਡੈਂਟ ਤੇ ਉਹਨੂੰ ਸਾਈਨ ਕਰਨ ਦੇ। ਕੋਈ ਵੀ ਹਾਊਸ, ਜਿਹੜਾ ਵੀ ਹਾਊਸ ਸ਼ੁਰੂ ਕਰੇਗਾ ਪ੍ਰੈਜ਼ੀਡੈਂਟ ਦੀ ਇੰਪੀਚਮੈਂਟ ਨੂੰ, ਠੀਕ ਹੈ, ਚਾਹੇ ਉਹ ਲੋਕ ਸਭਾ ਸ਼ੁਰੂ ਕਰ ਰਿਹਾ ਚਾਹੇ ਉਹ ਰਾਜ ਸਭਾ ਸ਼ੁਰੂ ਕਰ ਰਿਹਾ ਹੋਵੇ, ਉਹਨੂੰ ਸਾਈਨ ਕਰਨਗੇ ਉਹਦੇ ਵਿੱਚੋਂ 1/4 ਮੈਂਬਰ, ਅਤੇ 14 ਡੇਜ਼ ਨੋਟਿਸ ਭੇਜਣਗੇ ਪ੍ਰੈਜ਼ੀਡੈਂਟ ਨੂੰ। ਫਿਰ ਜਦੋਂ ਰੈਜ਼ੋਲਿਊਸ਼ਨ ਪਾਸ ਹੋ ਜਾਏਗਾ, ਰੈਜ਼ੋਲਿਊਸ਼ਨ ਨੂੰ ਪਾਸ ਕਿਵੇਂ ਹੋਏਗਾ, ਜਦੋਂ 2/3 ਆਫ ਟੋਟਲ ਮੈਂਬਰਸ਼ਿਪ ਆਫ ਦੈਟ ਹਾਊਸ, ਜਦੋਂ ਉਸ ਹਾਊਸ ਦੇ 2/3 ਮੈਂਬਰਸ ਉਹਨੂੰ ਮੈਜੋਰਿਟੀ ਨਾਲ ਉਹਨੂੰ ਪਾਸ ਕਰਨਗੇ, ਅਤੇ ਫਿਰ ਉਹ ਦੂਸਰੇ ਹਾਊਸ ਕੋਲੋਂ ਜਾਏਗਾ। ਹੁਣ ਐਗਜ਼ਾਮਪਲ ਲੈ ਲਓ, ਲੋਕ ਸਭਾ ਨੇ ਸ਼ੁਰੂ ਕੀਤਾ, ਉਹਦੇ 1/4 ਮੈਂਬਰਸ ਨੇ ਕੀ ਹੈ ਸਾਈਨ ਕਰਤਾ ਅਤੇ ਨੋਟਿਸ ਭੇਜਦਾ ਪ੍ਰੈਜ਼ੀਡੈਂਟ ਨੂੰ। ਫਿਰ ਜਦੋਂ ਇਹ ਇੰਪੀਚਮੈਂਟ ਨੂੰ ਪਾਸ ਕਰਨਗੇ, ਉਦੋਂ ਕੀ ਹੋਏਗਾ, 2/3 ਮੈਂਬਰਸ ਕਿੰਨੇ ਬੰਦੇ ਪਾਸ ਕਰਨਗੇ, 2/3 ਮੈਂਬਰਸ ਆਫ ਟੋਟਲ ਮੈਂਬਰਸ਼ਿਪ ਆਫ ਦੈਟ ਹਾਊਸ, ਠੀਕ ਹੈ, ਕਿਹੜੀ ਮੈਜੋਰਿਟੀ ਨਾਲ। ਫਿਰ ਕੀ ਕਰਨਗੇ, ਉਹਨੂੰ ਦੂਸਰੇ ਹਾਊਸ ਵਿੱਚ ਭੇਜ ਦੇਣਗੇ, ਮਤਲਬ ਰਾਜ ਸਭਾ ਵਿੱਚ ਭੇਜ ਦੇਣਗੇ। ਰਾਜ ਸਭਾ ਕੀ ਕਰੇਗਾ, ਉਸ ਚਾਰਜ 'ਤੇ ਇਨਵੈਸਟੀਗੇਸ਼ਨ ਕਰੇਗਾ, ਅਤੇ ਉੱਥੇ ਕੀ ਆਪਣਾ ਪ੍ਰੈਜ਼ੀਡੈਂਟ ਜਾ ਕੇ ਬੈਠ ਸਕਦਾ। ਕੀ ਕਰ ਸਕਦਾ ਪ੍ਰੈਜ਼ੀਡੈਂਟ, ਕੀ ਹੈ ਉਸ ਹਾਊਸ ਵਿੱਚ ਜਾ ਕੇ ਬੈਠੇਗਾ ਜਿੱਥੇ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਪ੍ਰੈਜ਼ੀਡੈਂਟ ਦੀ ਮਰਜ਼ੀ ਹੁੰਦੀ ਹੈ, ਠੀਕ ਹੈ। ਅਤੇ ਆਪਾਂ ਇੰਪੀਚਮੈਂਟ ਆਫ ਪ੍ਰੋਸੈਸ ਨੂੰ ਕੀ ਕਹਿੰਦੇ ਆ, ਕੁਆਸੀ ਜੁਡੀਸ਼ੀਅਲ ਪ੍ਰੋਸੈਸ ਹੈ ਆਪਣਾ। ਕਿਹੜਾ ਪ੍ਰੋਸੈਸ ਹੈ, ਕੁਆਸੀ ਜੁਡੀਸ਼ੀਅਲ ਪ੍ਰੋਸੈਸ ਹੈ। ਹੁਣ ਇਹਦੇ ਵਿੱਚ ਕੀ ਹੈ, ਪੁਆਇੰਟਸ ਯਾਦ ਰੱਖਣੇ ਨੇ। ਜਿਹੜੇ ਇਲੈਕਟਿਡ ਮੈਂਬਰਸ ਆਫ ਸਟੇਟ ਅਸੈਂਬਲੀ ਅਤੇ ਯੂਨੀਅਨ ਟੈਰੇਟਰੀਜ਼ ਦੇ, ਉਹ ਪਾਰਟੀਸਪੇਟ ਨਹੀਂ ਕਰਦੇ ਪ੍ਰੈਜ਼ੀਡੈਂਟ ਦੀ ਰਿਮੂਵਲ ਜਾਂ ਫਿਰ ਇੰਪੀਚਮੈਂਟ ਪ੍ਰੋਸੈਸ ਲਈ। ਇਲੈਕਟਿਡ ਮੈਂਬਰਸ ਨੇ ਉਹ ਕੀ ਹੈ ਪਾਰਟੀਸਪੇਟ ਨਹੀਂ ਕਰਦੇ। ਉਹਦੀ ਇਲੈਕਸ਼ਨ ਟਾਈਮ ਪਾਰਟੀਸਪੇਟ ਕਰਦੇ ਆ ਨਾ ਇਲੈਕਟਿਡ ਮੈਂਬਰਸ ਆਫ ਯੂਨੀਅਨ ਟੈਰੇਟਰੀ ਸਟੇਟ ਅਸੈਂਬਲੀ, ਪਰ ਉਹਦੀ ਰਿਮੂਵਲ ਵਿੱਚ ਪਾਰਟੀਸਪੇਟ ਕੀ ਹੈ ਨਹੀਂ ਕਰਨਗੇ। ਅਤੇ ਨੋਮੀਨੇਟਿਡ ਮੈਂਬਰਸ ਆਫ ਬੋਥ ਦਾ ਹਾਊਸ ਕੈਨ ਪਾਰਟੀਸਪੇਟ। ਜਿਹੜੇ ਨੋਮੀਨੇਟਿਡ ਮੈਂਬਰਸ ਹੈ ਦੋਨੋਂ ਹਾਊਸਿਸ ਦੇ, ਉਹ ਪਾਰਟੀਸਪੇਟ ਕਰਦੇ ਨੇ ਇੰਪੀਚਮੈਂਟ ਵਿੱਚ, ਪਰ ਜਦੋਂ ਉਹਦੀ ਇਲੈਕਸ਼ਨ ਹੁੰਦੀ ਹੈ ਉਦੋਂ ਪਾਰਟੀਸਪੇਟ ਨਹੀਂ ਕਰਦੇ, ਠੀਕ ਹੈ। ਇਹ ਪੁਆਇੰਟਸ ਯਾਦ ਰੱਖਣੇ ਨੇ। ਇਲੈਕਸ਼ਨ ਵਿੱਚ ਪਾਰਟੀਸਪੇਟ ਕਰਦੇ ਨੇ ਅਤੇ ਰਿਮੂਵਲ ਵਿੱਚ ਪਾਰਟੀਸਪੇਟ ਨਹੀਂ ਕਰਦਾ, ਠੀਕ ਹੈ। ਇਹਨਾਂ ਨੂੰ ਯਾਦ ਰੱਖਣਾ ਕਿ ਅਤੇ ਅੱਜ ਤੱਕ ਕੋਈ ਵੀ ਆਪਣਾ ਪ੍ਰੈਜ਼ੀਡੈਂਟ ਰਿਮੂਵ ਨਹੀਂ ਕੀਤਾ ਗਿਆ। ਅਤੇ ਆਪਣੇ ਕੌਨਸਟੀਟਿਊਸ਼ਨ ਦੇ ਵਿੱਚ ਕਿਹੜਾ ਆਰਟੀਕਲ ਕਹਿੰਦਾ ਹੈ
ਕਿ ਅਸੀਂ ਇੰਪੀਚਮੈਂਟ ਕਰ ਸਕਦੇ ਹਾਂ ਪ੍ਰੈਜ਼ੀਡੈਂਟ ਦੀ, ਆਰਟੀਕਲ 61 ਕਹਿੰਦਾ। ਕਿਹੜਾ ਆਰਟੀਕਲ ਕਹਿੰਦਾ? ਆਰਟੀਕਲ 61 ਕਹਿੰਦਾ ਕਿ ਅਸੀਂ ਕੀ ਹੈ, ਰਿਮੂਵਲ ਕਰ ਸਕਦੇ ਹਾਂ ਪ੍ਰੈਜ਼ੀਡੈਂਟ ਦੀ। ਦੋਨੋਂ ਚੀਜ਼ਾਂ ਪਤਾ ਲੱਗ ਗਈਆਂ, ਇਲੈਕਸ਼ਨ ਆਫ ਪ੍ਰੈਜ਼ੀਡੈਂਟ ਵੀ ਪਤਾ ਲੱਗ ਗਿਆ ਤੇ ਰਿਮੂਵਲ ਆਫ ਪ੍ਰੈਜ਼ੀਡੈਂਟ ਵੀ ਪਤਾ ਲੱਗ ਗਿਆ। ਓਥ ਕੌਣ ਦਿੰਦਾ ਪ੍ਰੈਜ਼ੀਡੈਂਟ ਦਾ, ਉਹ ਵੀ ਪਤਾ ਲੱਗ ਗਿਆ। ਤਿੰਨੋਂ ਪ੍ਰੈਜ਼ੀਡੈਂਟ ਦੇ ਇੰਪੋਰਟੈਂਟ ਪੁਆਇੰਟਸ ਪਤਾ ਲੱਗ ਗਏ। ਓਥ, ਏਜ ਵੀ ਪਤਾ ਲੱਗ ਗਈ, ਕਿੰਨੀ ਏਜ ਚਾਹੀਦੀ ਹੈ, ਦੈਟ ਇਜ਼ 35 ਈਅਰਸ, ਇਲੈਕਸ਼ਨ ਤੇ ਉਹਦੀ ਰਿਮੂਵਲ। ਠੀਕ ਹੈ, ਇਹ ਚਾਰੋਂ ਪੁਆਇੰਟਸ ਅੱਜ ਆਪਾਂ ਪ੍ਰੈਜ਼ੀਡੈਂਟ ਦੇ ਕਵਰ ਕਰ ਲਏ ਨੇ ਤੇ ਇਹਨਾਂ ਨੂੰ ਯਾਦ ਰੱਖਣਾ ਚਾਰੋਂ ਪੁਆਇੰਟਸ ਨੂੰ। ਠੀਕ ਹੈ, ਕਿਹੜੇ ਕਿਹੜੇ ਆ ਚਾਰ ਪੁਆਇੰਟਸ? ਉਹਦੀ ਓਥ ਵੀ ਆਪਾਂ ਕਵਰ ਕਰ ਲਈ, ਕੌਣ ਦਿੰਦਾ ਓਥ? ਚੀਫ ਜਸਟਿਸ ਆਫ ਇੰਡੀਆ। ਠੀਕ ਹੈ, ਉਹਦੀ ਏਜ ਵੀ ਕਰ ਲਈ, ਕਿੰਨੀ ਏਜ ਹੈ? 35 ਈਅਰਸ। ਠੀਕ ਹੈ, ਉਹਦੀ ਇਲੈਕਸ਼ਨ ਪ੍ਰੋਸੈਸ ਵੀ ਕਵਰ ਕਰ ਲਿਆ ਤੇ ਫੋਰਥ ਉਹਦਾ ਰਿਮੂਵਲ ਪ੍ਰੋਸੈਸ ਵੀ। ਓਕੇ, ਅੱਗੇ ਵਧਦੇ ਹਾਂ। ਇੰਪੀਚਮੈਂਟ ਆਫ ਪ੍ਰੈਜ਼ੀਡੈਂਟ ਕੈਨ ਬੀ ਮੇਡ ਓਨਲੀ ਬਾਏ, ਕੌਣ ਕਰ ਸਕਦਾ ਇੰਪੀਚਮੈਂਟ? ਪਹਿਲਾ ਪੁਆਇੰਟ ਹੀ ਸੀ ਲੋਕ ਸਭਾ ਤੇ ਰਾਜ ਸਭਾ, ਕੋਈ ਵੀ ਹਾਊਸ ਕਰ ਸਕਦਾ ਨਾ, ਐਨੀ ਹਾਊਸ, ਲੋਕ ਸਭਾ ਰਾਜ ਸਭਾ। ਇੱਥੇ ਇਹ ਵੀ ਲਿਖਿਆ ਆ ਸਕਦਾ ਸੀ ਐਨੀ ਹਾਊਸ ਆਫ ਪਾਰਲੀਮੈਂਟ। ਠੀਕ ਹੈ, ਵਿਚ ਆਫ ਦ ਫੋਲੋਇੰਗ ਅਪੋਇੰਟਮੈਂਟ ਇਜ਼ ਡਨ ਬਾय ਦ ਪ੍ਰੈਜ਼ੀਡੈਂਟ। ਹੁਣ ਪ੍ਰੈਜ਼ੀਡੈਂਟ ਕਿਹਦੀ ਅਪੋਇੰਟਮੈਂਟ ਕਰਦਾ ਹੈ? ਪ੍ਰੈਜ਼ੀਡੈਂਟ ਕਿਹਦੀ ਅਪੋਇੰਟਮੈਂਟ ਕਰਦਾ ਹੈ? ਪ੍ਰਾਈਮ ਮਿਨਿਸਟਰ ਨੂੰ, ਇਹ ਮੈਂ ਕੁਐਸਚਨ ਤੁਹਾਨੂੰ ਕਰਾਇਆ ਹੋਇਆ ਵਾ, ਪ੍ਰਾਈਮ ਮਿਨਿਸਟਰ ਨੂੰ ਕੌਣ ਅਪੋਇੰਟ ਕਰਦਾ? ਚੀਫ ਜਸਟਿਸ ਆਫ ਇੰਡੀਆ ਦੀ ਵੀ ਅਪੋਇੰਟਮੈਂਟ ਕੌਣ ਕਰਦਾ? ਪ੍ਰੈਜ਼ੀਡੈਂਟ। ਚੀਫ ਆਫ ਏਅਰ ਫੋਰਸ ਐਂਡ ਆਰਮੀ ਦੀ ਵੀ ਕੌਣ ਕਰਦਾ ਵਾ? ਪ੍ਰੈਜ਼ੀਡੈਂਟ। ਸਪੀਕਰ ਆਫ ਲੋਕ ਸਭਾ ਦੀ ਕੌਣ ਕਰਦਾ ਵਾ? ਸਪੀਕਰ ਆਫ ਲੋਕ ਸਭਾ। ਜਿਹੜੀ ਵੀ ਪਾਰਟੀ ਲੋਕ ਸਭਾ ਵਿੱਚ ਜਿੱਤਦੀ ਹੈ ਤੇ ਉਹਨਾਂ ਕੋਲ ਮੈਜੋਰਿਟੀ ਹੁੰਦੀ ਹੈ, ਉਹਦੇ ਵਿੱਚੋਂ ਕੀ ਆਪਣਾ ਸਪੀਕਰ ਆਫ ਲੋਕ ਸਭਾ ਚੁਣਿਆ ਜਾਂਦਾ ਹੈ। ਠੀਕ ਹੈ, ਔਰ ਪਾਰਟੀ ਖੁਦ ਹੀ ਚੁਣਦੀ ਹੈ ਉਹ। ਠੀਕ ਹੈ, ਸਪੀਕਰ ਕੌਣ ਚੁਣਦੀ ਹੈ? ਜਿਹੜੀ ਪਾਰਟੀ ਲੋਕ ਸਭਾ ਦੇ ਵਿੱਚ ਇਲੈਕਸ਼ਨਸ ਵਿੱਚ ਮੈਜੋਰਿਟੀ 'ਚ ਜਿੱਤਦੀ ਹੈ, ਵਿਨ ਕਰਦੀ ਹੈ, ਉਹਦੇ 'ਚੋਂ ਹੀ ਆਪਣਾ ਸਪੀਕਰ ਆਫ ਲੋਕ ਸਭਾ ਉਹ ਪਾਰਟੀ ਖੁਦ ਚੁਣਦੀ ਹੈ। ਠੀਕ ਹੈ, ਨੈਕਸਟ ਕੁਐਸਚਨ, ਇਹਦਾ ਆਂਸਰ ਕੀ ਹੋ ਜਾਏਗਾ? A, B, C, C ਆਪਸ਼ਨ। For how many months vice president can act as president if president dies during his office? ਸਪੋਜ਼ ਕਰੋ ਕਿ ਪ੍ਰੈਜ਼ੀਡੈਂਟ ਦੀ ਡੈਥ ਹੋ ਜਾਂਦੀ ਹੈ ਆਪਣੇ ਆਫਿਸ ਦੇ ਟਾਈਮ, ਤੇ ਕਿੰਨੀ ਮੰਥ ਵਿੱਚ ਵਾਈਸ ਪ੍ਰੈਜ਼ੀਡੈਂਟ ਨੂੰ ਫਿਰ ਪ੍ਰੈਜ਼ੀਡੈਂਟ ਐਕਟ ਕਰਨਾ ਪੈਂਦਾ? ਕਿੰਨੇ ਮੰਥ ਵਾਈਸ ਪ੍ਰੈਜ਼ੀਡੈਂਟ ਐਜ਼ ਅ ਪ੍ਰੈਜ਼ੀਡੈਂਟ ਐਕਟ ਕਰ ਸਕਦਾ? ਕਿੰਨੇ ਮੰਥਸ ਕਰ ਸਕਦਾ ਹੈ? 6 ਮੰਥਸ। ਕਿਹੜਾ ਪ੍ਰੈਜ਼ੀਡੈਂਟ ਡਿਊਰਿੰਗ ਆਫਿਸ ਵਿੱਚ ਡੈਥ ਹੋਈ ਸੀ? ਜ਼ਾਕਿਰ ਹੁਸੈਨ ਦੀ। ਆਪਣੇ ਪ੍ਰੈਜ਼ੀਡੈਂਟ ਜਿਹੜੇ ਜ਼ਾਕਿਰ ਹੁਸੈਨ ਰਹੇ ਨੇ 1969 ਦੇ ਵਿੱਚ, ਕੀ ਹੈ ਉਹਨਾਂ ਦੀ ਡਿਊਰਿੰਗ ਆਫਿਸ ਕੀ ਹੈ ਡੈਥ ਹੋ ਗਈ ਸੀ। ਠੀਕ ਹੈ, ਤੇ ਉਦੋਂ ਆਪਣੇ ਕਿਹੜੇ ਵਾਈਸ ਪ੍ਰੈਜ਼ੀਡੈਂਟ ਸੀ? VV ਗਿਰੀ। VV ਗਿਰੀ ਕੀ ਹੈ, ਉਹ ਉਸ ਟਾਈਮ ਆਪਣੇ ਕੌਣ ਬਣੇ ਸੀ? ਵਾਈਸ ਪ੍ਰੈਜ਼ੀਡੈਂਟ ਬਣੇ ਸੀ। ਠੀਕ ਹੈ, ਕੌਣ ਬਣੇ ਸੀ ਆਪਣੇ? ਜਿਹੜਾ ਆਪਣੇ ਉਸ ਟਾਈਮ VV ਗਿਰੀ ਸੀ ਵਾਈਸ ਪ੍ਰੈਜ਼ੀਡੈਂਟ ਸੀ, ਉਹ ਆਪਣੇ ਉਸ ਟਾਈਮ ਪ੍ਰੈਜ਼ੀਡੈਂਟ ਬਣੇ ਸੀ ਜਦੋਂ ਜ਼ਾਕਿਰ ਹੁਸੈਨ ਦੀ 1969 ਦੇ ਵਿੱਚ ਆਪਣੇ ਆਫਿਸ ਦੇ ਡਿਊਰਿੰਗ ਡੈਥ ਹੋ ਗਈ ਸੀ। ਠੀਕ ਹੈ, The executive authority of the union is vested by the constitution। ਜਿਹੜੀ ਐਗਜ਼ੀਕਿਊਟਿਵ ਅਥਾਰਟੀ ਹੈ ਆਫ ਦਾ ਯੂਨੀਅਨ ਕਿਹਦੇ ਹੱਥਾਂ ਵਿੱਚ ਹੁੰਦੀ ਹੈ? ਪ੍ਰੈਜ਼ੀਡੈਂਟ ਦੇ ਹੱਥ ਵਿੱਚ। ਕਿਹਦੇ ਵਿੱਚ ਹੁੰਦੀ ਹੈ? ਪ੍ਰੈਜ਼ੀਡੈਂਟ ਦੇ ਕੋਲੋਂ। ਵਿਚ ਚੀਫ ਜਸਟਿਸ ਹੈਜ਼ ਬੀਨ ਐਕਟਿਡ ਐਜ਼ ਪ੍ਰੈਜ਼ੀਡੈਂਟ ਆਫ ਇੰਡੀਆ? ਬਹੁਤ ਇੰਪੋਰਟੈਂਟ ਕੁਐਸਚਨ ਹੈ। ਕਿਹੜਾ ਚੀਫ ਜਸਟਿਸ ਹੈ? M ਹਿਤੈਉਦੋਲਾ। ਹੁਣ ਤੁਹਾਨੂੰ ਮੈਂ ਦੱਸਿਆ ਜ਼ਾਕਿਰ ਹੁਸੈਨ ਦੀ ਡੈਥ ਹੋਈ ਸੀ 1969 ਦੇ ਵਿੱਚ ਆਪਣੇ ਆਫਿਸ ਦੇ ਡਿਊਰਿੰਗ, ਤੇ VV ਗਿਰੀ ਉਸ ਟਾਈਮ ਆਪਣੇ ਵਾਈਸ ਪ੍ਰੈਜ਼ੀਡੈਂਟ ਸੀ, ਉਹ ਪ੍ਰੈਜ਼ੀਡੈਂਟ ਦੇ ਤੌਰ ਤੇ ਚੁਣੇ ਗਏ ਸੀ। ਉਹਨਾਂ ਨੇ ਕੀ ਕੀਤਾ ਸੀ? ਰਿਜ਼ਾਈਨ ਕਰਤਾ ਸੀ ਕੁਛ ਹੀ ਮਹੀਨਿਆਂ ਬਾਅਦ, 1-2 ਮਹੀਨਿਆਂ ਬਾਅਦ ਕੀ ਕਰਤਾ ਸੀ? ਰਿਜ਼ਾਈਨ ਕਰਤਾ ਸੀ। ਉਸ ਟਾਈਮ ਕੌਣ ਸੀ ਚੀਫ ਜਸਟਿਸ ਆਫ ਇੰਡੀਆ? ਆਪਣੇ M ਹਿਤੈਉਦੋਲਾ ਸੀ, ਤੇ ਉਹ ਆਪਣੇ ਪ੍ਰੈਜ਼ੀਡੈਂਟ ਬਣੇ ਸੀ। VV ਗਿਰੀ ਨੇ ਰਿਜ਼ਾਈਨ ਕਿਉਂ ਕੀਤਾ ਸੀ? ਕਿਉਂਕਿ ਉਹਨਾਂ ਨੇ ਨੈਕਸਟ ਵੋਟਿੰਗ ਦੇ ਵਿੱਚ, ਨੈਕਸਟ ਇਲੈਕਸ਼ਨ ਦੇ ਵਿੱਚ, ਪ੍ਰੈਜ਼ੀਡੈਂਟ ਦੇ ਇਲੈਕਸ਼ਨ ਵਿੱਚ ਆਪਣੇ ਆਪ ਨੂੰ ਨੋਮੀਨੇਟ ਕਰਵਾਉਣਾ ਸੀ। ਠੀਕ ਹੈ, M ਹਿਤੈਉਦੋਲਾ ਕੌਣ ਬਣੇ ਸੀ? ਬਹੁਤ ਇੰਪੋਰਟੈਂਟ ਕੁਐਸਚਨ ਹੈ। Who will act as a president of India if vice president is not available? अगर वाइस प्रेजिडेंट भी नहीं हैगा तो कौन बनता है? चीफ जस्टिस ऑफ इंडिया। ठीक है, पिछले क्वेश्चन नाल की है लिंक्ड है। तीन चार क्वेश्चन है ਜਿਹੜੇ ਲਿੰਕ ਨੇ। ਪ੍ਰੈਜ਼ੀਡੈਂਟ ਅਗਰ ਡੈਥ ਹੋ ਜੇ ਤੇ ਕੌਣ ਬਣੇਗਾ ਪ੍ਰੈਜ਼ੀਡੈਂਟ? ਆਪਣਾ ਵਾਈਸ ਪ੍ਰੈਜ਼ੀਡੈਂਟ। ਹੁਣ ਅਗਰ ਵਾਈਸ ਪ੍ਰੈਜ਼ੀਡੈਂਟ ਨੇ ਵੀ ਕੀ ਕਰਤਾ? ਰਿਜ਼ਾਈਨ ਕਰਤਾ, ਕੌਣ ਬਣੇਗਾ? ਚੀਫ ਜਸਟਿਸ ਆਫ ਇੰਡੀਆ। ਅਗਰ ਉਸ ਟਾਈਮ ਚੀਫ ਜਸਟਿਸ ਆਫ ਇੰਡੀਆ ਵੀ ਅਵੇਲੇਬਲ ਨਹੀਂ ਹੈ ਤਾਂ ਕੌਣ ਬਣੇਗਾ? ਸੀਨੀਅਰ ਮੋਸਟ ਜੱਜ ਆਫ ਸੁਪਰੀਮ ਕੋਰਟ।
कौन बनेगा? सीनियर मोस्ट जज ऑफ सुप्रीम कोर्ट अपना कौन बनेगा? प्रेजिडेंट बनेगा। याद रखना है क्वेश्चन ਨੂੰ। ਕਿੰਨੇ ਕੁਐਸਚਨਸ ਨੇ, ਧਿਆਨ ਨਾਲ ਗੱਲ ਨੂੰ ਸੁਣਿਆ ਕਰੋ, ਠੀਕ ਹੈ। ਇੱਥੇ ਆਪਣਾ ਆਨਸਰ ਕੀ ਹੈ, ਚੇਂਜ ਕਰ ਲੈਣਾ, ਸੀ ਆਣਾ ਹੈ, ए नहीं है, सी है, ठीक है, कंफ्यूज ना होना। अपॉइंटमेंट ऑफ काउंसिल ऑफ मिनिस्टर्स बाय प्रेसिडेंट इज मेड ऑन द एडवाइस ऑफ प्राइम मिनिस्टर, इज मेड ऑन द एडवाइस ऑफ प्राइम मिनिस्टर। द वाइस प्रेसिडेंट कैन गिव हिज रेजिग्नेशन टू प्रेसिडेंट। प्रेसिडेंट किनू रेजिग्नेशन देंदा है? वाइस प्रेसिडेंट नू। वाइस प्रेसिडेंट किनू देंदा है? प्रेसिडेंट नू। ਇਹ बहुत ईजी है याद करना। पर ओथ प्रेसिडेंट ही किहदे अंदर आंदी है? चीफ जस्टिस ऑफ इंडिया दे अंडर। विच वाइस प्रेसिडेंट, ए देखो क्वेश्चन आ गया ना, विच वाइस प्रेसिडेंट एक्ट एज द प्रेसिडेंट व्हेन एवर प्रेसिडेंट जाकिर हुसैन डाइड ड्यूरिंग हिज ऑफिस इन 1969। ਇਹਦਾ मैं ਤੁਹਾਨੂੰ ਹੁਣੇ पूरा डिटेल ਵਿੱਚ ਇਹ ਚੀਜ਼ एक्सप्लेन ਕੀਤੀ ਹੈ, ਤਾਂ ਆਨਸਰ ਤੁਸੀਂ ਮੈਨੂੰ ਦੱਸੋਗੇ। 18th ਦਾ ਆਨਸਰ ਤੁਸੀਂ ਦੱਸੋਗੇ, ਇੰਪੋਰਟੈਂਟ ਹੈ, ਮੈਂ ਤੁਹਾਨੂੰ ਦੱਸ ਚੁੱਕੀ ਹਾਂ। ਇਹਦਾ ਆਨਸਰ ਮੈਨੂੰ ਤੁਸੀਂ ਸਾਰੇ ਕਮੈਂਟ ਬਾਕਸ ਵਿੱਚ ਦੱਸੋਗੇ। ਆਪਣੇ ਆਨਸਰਸ ਦੇਣ ਦੀ ਕੋਸ਼ਿਸ਼ ਕਰਿਆ ਕਰੋ ਕਮੈਂਟ ਬਾਕਸ ਵਿੱਚ, ਤੁਹਾਡੀ ਨੌਲੇਜ ਹੀ ਇਨਕਰੀਜ਼ ਹੋ ਰਹੀ ਹੈ। ਤੇ ਮੈਂ ਕਮੈਂਟ ਬਾਕਸ ਚੈੱਕ ਕਰਦੀ ਆਨਸਰਸ ਕਿਹਦੇ ਆਉਂਦੇ ਨੇ। ਬਹੁਤ ਘੱਟ ਬੱਚੇ ਆਨਸਰ ਦਿੰਦੇ ਨੇ, ਆਨਸਰ ਦਿਆ ਕਰੋ। ਕੱਲ ਆਪਾਂ ਨੈਸ਼ਨਲ ਫਲੈਗ ਵਾਲਾ ਆਨਸਰ ਪੁੱਛਿਆ ਸੀ, 2:3 ਉਹਦਾ ਕਰੈਕਟ ਆਨਸਰ ਹੈ। ਜਿਨ੍ਹਾਂ ਬੱਚਿਆਂ ਨੇ ਦਿੱਤਾ ਬਹੁਤ ਵਧੀਆ ਦਿੱਤਾ ਉਹਦਾ ਆਨਸਰ। ਇੱਦਾਂ ਹੀ ਆਨਸਰ ਦਿਆ ਕਰੋ ਉਹਦਾ ਦੇ, ਠੀਕ ਆ। ਦ ਸੈਲਰੀ ਆਫ ਪ੍ਰਾਈਮ ਮਿਨਿਸਟਰ, ਪ੍ਰਾਈਮ ਮਿਨਿਸਟਰ ਦੀ ਸੈਲਰੀ ਨੂੰ ਕੌਣ ਡਿਸਾਈਡ ਕਰਦਾ? ਪਾਰਲੀਮੈਂਟ। कौन डिसाइड करता है सैलरी नू? पार्लीमेंट। मैक्सिमम स्ट्रेंथ ऑफ राज्य सभा की कितनी होंगी है? 250। 250 की होंगी है मैक्सिमम स्ट्रेंथ होंगी है राज्य सभा की। प्रेजेंट स्ट्रेंथ कितनी चल रही है राज्य सभा की? 245 है इस टाइम पे। मतलब कितनी सीट्स फुल ने? 245। 5 सीट्स की ने वेकेंट ने राज्य सभा दियाँ, ठीक है। मैक्सिमम स्ट्रेंथ कितनी हो सकती है? आप कितने मैंबर्स कर सकते हैं इलैक्ट? 250। पर इस टाइम कितने ने प्रेजेंट? 245। क्वेश्चन ਨੂੰ ਧਿਆਨ ਨਾਲ देखना है, मैक्सिमम स्ट्रेंथ पूछी है कि प्रेजेंट स्ट्रेंथ पूछी है? मैक्सिमम पूछी है तो 250, प्रेजेंट पूछी है तो 245। ये क्वेश्चन आए हुए ने प्रीवियस ਦੇ ਵਿੱਚ, ठीक है। तो मैं दोनों कवर करवाते ने। प्रेजेंट स्ट्रेंथ का आया हुआ है 245 ਉਹਦਾ आंसर है। ਹੁਣ ਆਪਾਂ DPSPs ਨੂੰ डिस्कस करते हैं। कल ਆਪਾਂ ਕੀ डिस्कस ਕੀਤੇ ਸੀ? फंडामेंटल ड्यूटीज ਤੇ 86th अमेंडमेंट 2002 ਕੀਤੀ ਸੀਗੀ। ਅੱਜ तो उस तो पिछले दिन पिछले लैक्चर 42 ਤੇ 44th अमेंडमेंट ਕੀਤੀ ਸੀਗੀ। ਅੱਜ DPSPs है, ਇਹ ਮੈਂ ਪਿੱਕ ਹੀ ਲਾਈ ਹੈ, ਇਹ ਲక్ష్ਮੀਕਾਂਤ ਬੁੱਕ ਤੋਂ ਲਿੱਤੀ ਗਈ ਹੈ, ਠੀਕ ਹੈ। ਤੇ ਇਸ ਲਈ ਇਹਨੂੰ ਕੋਈ ਡਾਊਟ ਨਾ ਰੱਖਣਾ ਇਹਦੇ ਵਿੱਚ ਕਿ ਗਲਤ ਕੀ ਕਰਵਾਇਆ, ਕਿਉਂਕਿ ਇੱਕ ਬੱਚੇ ਦਾ ਕੁਐਸਚਨ ਸੀ ਸਿਟੀਜ਼ਨਸ਼ਿਪ ਉੱਤੇ। ਸਿਟੀਜ਼ਨਸ਼ਿਪ ਉੱਤੇ ਬੱਚਾ ਕਹਿ ਰਿਹਾ ਸੀ ਕਿ ਐਕਵਾਇਰਡ ਪ੍ਰੋਪਰਟੀ ਵੀ ਉਹਦਾ ਮੈਥਡ ਹੈ। ਨਹੀਂ, ਐਕਵਾਇਰਡ ਪ੍ਰੋਪਰਟੀ ਸਿਟੀਜ਼ਨਸ਼ਿਪ ਦਾ ਮੈਥਡ ਨਹੀਂ ਹੈ। ਸਿਟੀਜ਼ਨਸ਼ਿਪ ਦੀ ਆਪਾਂ ਐਕੁਜੀਸ਼ਨ ਬਾय ਬਰਥ ਕਰ ਸਕਦੇ ਹਾਂ, ਡੀਸੈਂਟ ਕਰ ਸਕਦੇ ਹਾਂ, ਬਾय ਰਜਿਸਟ੍ਰੇਸ਼ਨ, ਬਾय ਨੈਚੁਰਲਾਈਜੇਸ਼ਨ ਤੇ ਬਾय ਇਨਕੋਪਰੇਸ਼ਨ ਆਫ ਟੈਰੀਟਰੀ। ਇਹਦਾ ਕੀ ਮਤਲਬ ਹੋਇਆ ਬਾय ਇਨਕੋਪਰੇਸ਼ਨ ਆਫ ਟੈਰੀਟਰੀ? ਮਤਲਬ ਜਿੱਦਾਂ ਕਿ ਗੋਆ ਹੈ, ਗੋਆ ਪਹਿਲੇ ਕੀ ਸੀਗਾ? ਪੋਰਚੁਗੀਜ਼ ਦਾ ਪਾਰਟ ਸੀਗਾ ਤੇ ਉਹ ਬਾਅਦ ਵਿੱਚ ਇੰਡੀਆ ਦਾ ਪਾਰਟ ਬਣਿਆ ਸੀ ਨਾ। ਤੇ ਉਹਦੇ ਵਿੱਚ ਜਿਹੜੇ ਲੋਕੀ ਰਹਿ ਰਹੇ ਸੀ ਉਹਨਾਂ ਨੂੰ ਕੀ ਹੈ, ਇੰਡੀਅਨ ਸਿਟੀਜ਼ਨਸ਼ਿਪ ਆਟੋਮੈਟਿਕਲੀ ਮਿਲ ਗਈ ਸੀਗੀ, ਠੀਕ ਹੈ। ਤੇ ਇੱਕ ਕੀ ਹੈ, ਸਪੈਸ਼ਲ ਪ੍ਰੋਵੀਜ਼ਨ ਦਿੱਤੀ ਗਈ ਹੈ ਜਿਹੜੇ ਸਿਟੀਜ਼ਨਸ਼ਿਪ ਪਰਸਨ ਕਵਰਡ ਬਾय ਦ ਅਸਮ ਰਿਕਾਰਡ। ਅਸਮ ਦੇ ਲੋਕਾਂ ਨੂੰ ਕੀ ਹੈ, ਇੱਕ ਸਪੈਸ਼ਲ ਪ੍ਰੋਵੀਜ਼ਨ ਦਿੱਤੀ ਗਈ ਹੈ। ਇਹ ਮੈਂ ਤੁਹਾਨੂੰ ਕੱਲ ਡਿਟੇਲ ਵਿੱਚ ਇੱਕ ਪੁਆਇੰਟ ਕੀ ਹੈ ਸਲਾਈਡ ਵਿੱਚ ਦੇ ਦੇਵਾਂਗੀ, ਠੀਕ ਹੈ। ਐਕਵਾਇਰਡ ਪ੍ਰੋਪਰਟੀ ਕੋਈ ਮੈਥਡ ਨਹੀਂ ਹੈ ਸਿਟੀਜ਼ਨਸ਼ਿਪ ਲੈਣ ਦਾ, ਠੀਕ ਹੈ। ਆਈ ਹੋਪ ਉਸ ਬੱਚੇ ਨੂੰ ਹੁਣ ਕਵਰ ਹੋ ਗਿਆ ਹੈ। ਐਕਵਾਇਰਡ ਪ੍ਰੋਪਰਟੀ ਕੋਈ ਮੈਥਡ ਨਹੀਂ ਹੈ, ਉਹ ਗਲਤ ਹੈ, ਠੀਕ ਹੈ। ਕੱਲ ਸਲਾਈਡ ਵਿੱਚ ਮੈਂ ਇੱਕ ਡਿਸਕਸ ਦੁਬਾਰਾ ਕਰ ਦੇਵਾਂਗੀ। ਜੇ ਹਜੇ ਵੀ ਕਿਸੇ ਨੂੰ ਡਾਊਟ ਹੋਏਗਾ ਕਮੈਂਟ ਬਾਕਸ 'ਚ ਲਿਖ ਦੇਣਾ। ਜੇ ਹਜੇ ਵੀ ਡਾਊਟ ਹੈ डिटेल ਵਿੱਚ सिटीजनशिप एक्विजिशन ਨੂੰ कवर कर देवांगी। चलो ਅੱਜ ਦੇ DPSPs ਨੂੰ ਆਪਾਂ कवर ਕਰਦੇ ਹਾਂ। DPSPs ਕੀ ਹੈ? ਡੈਫੀਨੇਸ਼ਨ ਆਫ ਸਟੇਟ। 36 DPSP ਕਿਹੜੇ ਪਾਰਟ ਵਿੱਚ ਆਉਂਦੇ ਨੇ? ਪਾਰਟ 4 ਵਿੱਚ। ਪਹਿਲੇ ਤਾਂ ਕਿਹੜੇ ਆਰਟੀਕਲ ਤੋਂ ਲੈ ਕੇ? 36 to 51 ਆਰਟੀਕਲ ਤੋਂ ਲੈ ਕੇ, ਠੀਕ ਹੈ। ਕਿਹੜੇ ਆਰਟੀਕਲਸ ਤੋਂ ਲੈ ਕੇ? 36 to 51। ਇਹ ਬੁੱਕ ਤੁਹਾਨੂੰ ਪੜ੍ਹਨ ਦੀ ਲੋੜ ਨਹੀਂ, ਇਹ ਜਿਹੜੇ UPSC ਵਗੈਰਾ ਦੀ ਤਿਆਰੀ ਕਰਦੇ ਨੇ ਉਹਨਾਂ ਲਈ ਹੁੰਦੀ ਹੈ। ਆਪਾਂ ਕਿਉਂਕਿ डिटेल जाना होंगे पर बहुत डीप नहीं जाना होंगे, क्योंकि आप रिटन एग्जामिनेशनस नहीं देने अपने। ज़्यादातर की ऑब्जेक्टिव टाइप एग्जामिनेशनस होंगे ने, ठीक है। तुसी ये वीडियोज़ नू ही जिन्ना ये लैक्चर्स नू कवर करते जाओगे तो बहुत सिलेबस कवर हो जाएगा। तुसी खुद देखोगे कि जो अपना पेपर आएगा हुणे सबऑर्डीनेट कोर्स ऑफ चंडीगढ़ का, ਉਹਦੇ ਵਿੱਚ ਤੁਹਾਡੇ ਇੰਨੀ ਲੈਕਚਰਸ 'ਚੋਂ ਬਹੁਤ ਕੁਐਸਚਨਸ ਪੋਲਿਟੀ ਦੇ ਕਵਰ ਹੋ ਜਾਣਗੇ,
ਪਰ ਐ ਨਹੀਂ ਜੋ ਮੈਂ MCQ ਕਰਾਤਾ ਐਗਜ਼ੈਕਟ ਆਏਗਾ। ਰੱਟਾ ਨਹੀਂ ਮਾਰਨਾ ਕੁਐਸਚਨ ਨੂੰ, ਉਹਨੂੰ ਮੋਡੀਫਾਈ ਕਰਕੇ ਵੀ ਆ ਜਾਂਦੇ ਆ, ਆਨਸਰ ਉਹੀ ਹੁੰਦਾ ਵਾ, ਕਰਵਾਇਆ ਜਾਂਦਾ ਵਾ। ਪਰ ਅਸੀਂ ਕੀ ਕਰਦੇ ਹਾਂ, MCQs ਨੂੰ ਰੱਟਾ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਹੀ ਤੁਹਾਨੂੰ ਮੈਂ ਹਰ MCQ ਨੂੰ ਨਾਲ ਨਾਲ ਡਿਟੇਲ 'ਚ ਐਕਸਪਲੇਨ ਕਰਦੀ ਹਾਂ, ਉਹਨੂੰ ਧਿਆਨ ਨਾਲ ਸੁਣੋ। ਹੁਣ ਆਪਾਂ DPSP ਡੈਫੀਨੇਸ਼ਨ ਆਫ ਸਟੇਟ, ਐਪਲੀਕੇਸ਼ਨ ਆਫ ਦ ਪ੍ਰਿੰਸੀਪਲ ਕੰਟੇਂਟ 37 ਆਰਟੀਕਲ 38 ਕੀ ਕਹਿੰਦੇ, ਸਟੇਟ ਟੂ ਸਿਕਿਉਰ ਸੋਸ਼ਲ ਆਰਡਰ ਫॉर द ਪ੍ਰਮੋਸ਼ਨ ਆਫ ਦ ਵੈਲਫੇਅਰ ਆਫ ਪੀਪਲ। ਕੀ ਕਹਿੰਦਾ, ਫॉर द ਪ੍ਰਮੋਸ਼ਨ ਆਫ ਵੈਲਫੇਅਰ ਆਫ ਪੀਪਲ certain principles of policy to be followed by state, equal justice and free legal aid। ਇਹ ਕੀ ਲਿਖਿਆ ਹੋਇਆ 39 ਨੇ, ਕਿਹੜੀ ਅਮੈਂਡਮੈਂਟ ਦੇ ਥਰੂ ਲਾਏ ਗਏ ਸੀ DPSPs? ਕਿੰਨੀਆਂ ਅਮੈਂਡਮੈਂਟਸ ਹੋਈਆਂ ਸੀ DPSPs? 3। ਤੁਹਾਨੂੰ ਮੈਂ ਕਰਵਾਇਆ ਸੀਗਾ, ਦੱਸਣਾ ਕਿਹੜੀ ਅਮੈਂਡਮੈਂਟ ਦੇ ਵਿੱਚ ਆਏ ਗਏ ਸੀ। ਆਰਗੇਨਾਈਜੇਸ਼ਨ ਆਫ ਵਿਲੇਜ ਪੰਚਾਇਤ 41 ਰਾਈਟ ਟੂ ਵਰਕ ਟੂ ਐਜੂਕੇਸ਼ਨ, provision for just and humane condition for work and maternity leave, 43 living wage for workers, participation of workers in the management of industry, promotion of cooperative societies। ਇਹ ਵੀ ਅਮੈਂਡਮੈਂਟ ਦੇ ਥਰੂ ਆਇਆ। B ਲਿਖਿਆ ਹੋਇਆ, 43A ਲਿਖਿਆ ਹੋਇਆ ਵਾ, ਠੀਕ ਹੈ। ਯੂਨੀਫਾਰਮ ਸਿਵਲ ਕੋਡ ਫॉर द ਸਿਟੀਜ਼ਨਸ, ਪ੍ਰੋਵੀਜ਼ਨ ਆਫ अर्ਲੀ ਚਾਈਲਡਹੁੱਡ ਕੇਅਰ, ਇਹ ਕਿਹੜੀ ਅਮੈਂਡਮੈਂਟ ਦੇ ਥਰੂ ਆਇਆ ਸੀ? 45 ਆਰਟੀਕਲ। ਇਹ ਵੀ ਦੱਸਣਾ ਹੈ, ਕੱਲ੍ਹ ਹੀ ਕਰਵਾਇਆ। age of 6 years, promotion for the educational and economic interest, duty of the state, organization of agriculture and animal husbandry, protection and the improvement of the environment of forest and wildlife। ਕਿਹੜੀ amendment ਦੇ through ਆਇਆ? protection of monuments and places, separation of judiciary from executive, ਤੇ ਲਾਸਟ ਕੀ ਹੈ, promotion of international peace and security। ਇਹ ਕੀ ਨੇ ਆਪਣੇ DPSPs ਨੇ। ਫੰਡਾਮੈਂਟਲ ਡਿਊਟੀਜ਼ ਡਿਸਕਸ ਹੋ ਗਏ, DPSP ਡਿਸਕਸ ਹੋ ਗਏ, ਅੱਜ ਆਪਣੇ ਪ੍ਰੈਜ਼ੀਡੈਂਟ ਦੇ ਚਾਰੋਂ ਪਾਰਟਸ ਡਿਸਕਸ ਹੋ ਗਏ। ਇੱਦਾਂ ਹੀ ਆਪਾਂ ਰੋਜ਼ ਡਿਸਕਸ਼ਨ ਕਰਦੇ ਰਹਾਂਗੇ। ਕੋਈ ਇਸ ਟਾਈਮ ਬੁੱਕ ਨਾ ਪੜੋ, ਕਿਉਂਕਿ ਤੁਹਾਡੇ ਪੇਪਰ ਕੀ ਹੈ, ਬਹੁਤ ਨੇੜੇ ਨੇ। MCQs ਨੂੰ ਕਵਰ ਕਰੋ, ਵੀਡੀਓ ਲੈਕਚਰਸ ਨੂੰ ਦੇਖੋ, ਤੁਹਾਡਾ ਬਹੁਤ ਸਿਲੇਬਸ ਕਵਰ ਹੋ ਜਾਏਗਾ। ਇਸ ਟਾਈਮ ਤੁਸੀਂ ਕੁਛ ਵੀ ਪੜ੍ਹਨ ਬੈਠੋਗੇ ਡਿਟੇਲ ਦੇ ਵਿੱਚ, ਤੁਹਾਡਾ ਟਾਈਮ ਬਹੁਤ ਜਾਏਗਾ। ਡਿਟੇਲ ਨਾ ਕਰੋ, ਕਿਉਂਕਿ ਪੇਪਰ ਤੁਹਾਡੇ ਬਹੁਤ ਨੇੜੇ ਨੇ। RRB JEE ਦਾ ਪੇਪਰ ਆਪਣਾ 22 ਮਈ ਨੂੰ ਸਟਾਰਟ ਹੋ ਰਿਹਾ ਬੱਚਿਆਂ ਦਾ। ਡਿਟੇਲ ਵਿੱਚ ਪੜ੍ਹਨ ਦਾ ਟਾਈਮ ਖਤਮ ਹੋ ਚੁੱਕਾ ਹੋਇਆ ਵਾ। ਹੁਣ ਮਿਹਨਤ ਕਰ ਲਓ, 2-3 ਮਹੀਨੇ ਨੇ, ਬਹੁਤ ਸਾਰੇ ਪੇਪਰਸ ਨਿਕਲ ਰਹੇ ਨੇ, ਲਗਾਤਾਰ ਆ ਰਹੇ ਨੇ ਆਪਣੇ, ਉਹਨਾਂ 'ਤੇ ਮਿਹਨਤ ਕਰੋ। ਆਪਣੀ ਵੀਡੀਓ ਲੈਕਚਰਸ ਨੂੰ ਅੱਛੀ ਤਰ੍ਹਾਂ ਸੁਣੋ, ਜੋ ਮੈਂ ਐਕਸਟਰਾ ਦੱਸਦੀ ਹਾਂ ਉਹਨੂੰ ਆਪਣੇ ਮਾਈਂਡ ਵਿੱਚ ਬਿਠਾਓ। ਤਾਂ ਹੀ ਮੈਂ ਰਿਪੀਟ ਵੀ ਕਰ ਰਹੀ ਹਾਂ ਆਪਣੇ ਹਰ ਲੈਕਚਰ ਨੂੰ ਕੁਛ ਨਾ ਕੁਛ। ਅਤੇ ਤੁਹਾਡਾ ਇੱਕ ਟੈਸਟ ਹੋ ਜਾਏਗਾ, ਜਦੋਂ 10 ਲੈਕਚਰਸ ਕਵਰ ਹੋ ਜਾਣਗੇ, ਤੁਹਾਡਾ ਇੱਕ ਆਪਾਂ ਟੈਸਟ ਲੈ ਲਵਾਂਗੇ, ਠੀਕ ਹੈ। ਜੋ ਇਹ ਟੈਸਟ ਦੇਣਾ ਚਾਹੁੰਦਾ ਉਹ ਮੈਨੂੰ ਦੱਸ ਦੇਣਾ ਕਮੈਂਟ ਬਾਕਸ ਵਿੱਚ। ਇੱਕ PDF ਦੇ ਵਿੱਚ ਸਾਨੂੰ ਟੈਸਟ ਮੈਂਸ਼ਨ ਕਰਵਾ ਦਿੱਤਾ ਜਾਵੇਗਾ, ਠੀਕ ਹੈ। ਮਿਹਨਤ ਕਰੋ, ਆਪਣਾ ਹਾਰਡਵਰਕ ਕਰੋ। 2-3 ਮਹੀਨਿਆਂ ਦੇ ਵਿੱਚ ਵੀਡੀਓ ਲੈਕਚਰਸ ਨੂੰ ਬਾਰ-ਬਾਰ ਦੇਖੋ, 2 ਵਾਰੀ ਨਹੀਂ 3 ਵਾਰੀ ਨਹੀਂ, ਜਦ ਤੱਕ ਤੁਹਾਡੇ ਕੀ ਹੈ ਮਾਈਂਡ ਵਿੱਚ ਬੈਠ ਨਹੀਂ ਜਾਂਦਾ। ਰੱਟਾ ਨਾ ਮਾਰੋ MCQs ਨੂੰ। ਉਹਦੇ ਵਿੱਚ ਇੱਕ MCQ ਦੇ ਵਿੱਚ ਤੁਹਾਨੂੰ ਮੈਂ 2 ਕੁਐਸਚਨਸ ਦੇ ਦਿੰਦੀ ਹਾਂ, ਚਾਹੇ ਇੱਕ PDF ਦੇ ਵਿੱਚ 20 ਹੁੰਦੇ ਨੇ, ਪਰ 20 ਦੇ ਵੀ 40 ਕੁਐਸਚਨਸ ਬਣ ਜਾਂਦੇ ਨੇ ਤੁਹਾਡੇ, ਠੀਕ ਹੈ। ਇੱਦਾਂ ਹੀ ਮਿਹਨਤ ਕਰਦੇ ਰਹੋ। ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਵੀਡੀਓਜ਼ ਨੂੰ ਸ਼ੇਅਰ ਕਰੋ ਅਤੇ ਲਾਈਕ ਕਰੋ, ਤਾਂ ਕਿ ਮੈਨੂੰ ਵੀ ਮੋਟੀਵੇਸ਼ਨ ਮਿਲਦੀ ਰਹੇ ਕਿ ਤੁਸੀਂ ਸਾਰੇ ਪੜ੍ਹ ਰਹੇ ਹੋ। ਅਤੇ ਕਮੈਂਟ ਬਾਕਸ ਵਿੱਚ ਆਨਸਰਸ ਦਿਆ ਕਰੋ ਸਾਰੇ। ਮੈਂ ਦੇਖਿਆ ਬਹੁਤ ਘੱਟ ਆਨਸਰਸ ਆਉਂਦੇ ਨੇ ਕਮੈਂਟ ਬਾਕਸ ਵਿੱਚ, ਠੀਕ ਹੈ। ਆਨਸਰਸ ਨੂੰ ਦਿਆ ਕਰੋ ਅਤੇ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ, ਤੁਹਾਡਾ ਪੇਪਰ ਜਲਦੀ ਕਲੀਅਰ ਹੋ ਜਾਊਗਾ। ਥੈਂਕ ਯੂ ਐਂਡ ਹੈਵ ਅ ਨਾਈਸ ਡੇ।